ਹਸਤ ਕਾਇਆ ਰੱਖਿਆ ਜਗਦੀਸ਼ਵਰ ਹੈ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ। ਹਸਤ ਕਾਇਆ ਰੱਖਿਆ ਜਗਦੀਸ਼ਵਰ ਹੈ। ਆਤਮ ਰੱਖਿਆ ਸ਼੍ਰੀ ਗੋਪਾਲ। ਧਨ ਚਰਨ ਰੱਖਿਆ ਜਗਦੀਸ਼ਵਰ ਹੈ। ਸਰਬ ਰੱਖਿਆ ਗੁਰੂ ਦਿਆਲ ਹੈ। ਭੈ ਦੁਖ ਵਿਨਾਸ਼ਨ ਹੈ। ਭਗਤ ਵਛਲ ਅਨਾਥ ਨਾਥੇ। ਸ਼ਰਨ ਨਾਨਕ ਪੁਰਖ ਅਟੁੱਟ ਹੈ। ਸਗਲ ਦੁਆਰ ਕਉ ਛਾੜ ਕੇ। ਗਹਿਓ ਤੁਹਾਰੋ ਦੁਆਰ। ਬਾਹੇ ਗੋਹੇ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਉਹਨਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੀਆਂ ਨੇ ਹੁਣ ਤੱਕ ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ ਹੈ। ਕਲਯੁਗ ਦੇ ਸਮੇਂ ਦੀ ਉੱਤਮ ਭਗਤੀ ਦਾ ਆਨੰਦ ਆਪ ਨੂੰ ਪਰਮੇਸ਼ਰ ਦੀ ਅਤ ਪਿਆਰੀ ਸਾਧ ਸੰਗਤ ਵਿੱਚ ਬੈਠ ਕੇ ਮਾਣਨ ਦਾ ਪ੍ਰਾਪਤ ਹੋਇਆ ਹੈ। ਕਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਰਮੇਸ਼ਰ ਦੀ ਅਤ ਪਿਆਰੀ ਸਾਧ ਸੰਗਤ ਵਿੱਚ ਬੈਠ ਕੇ ਆਪ ਨੇ ਕਲਯੁਗ ਦੇ ਸਮੇਂ ਦਾ ਇੱਕ ਬਹੁਤ ਵੱਡਾ ਪੁੰਨ ਖੱਟਿਆ ਹੈ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਉਪਰੰਤ ਇਸ ਪਾਵਨ ਪਵਿੱਤਰ ਸਥਾਨ ਦੇ ਮੁੱਖ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੇ ਆਪ ਨੂੰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਦੀ ਦੂਸਰੀ ਪੌੜੀ ਸਰਵਣ ਕਰਵਾਈ ਹੈ, ਜਿਸ ਦੀ ਆਪਾਂ ਵਿਚਾਰ ਕਰਨੀ ਹੈ ਔਰ ਆਪਣਾ ਬਾਕੀ ਰਹਿੰਦਾ ਸਮਾਂ ਇਸੇ ਤਰ੍ਹਾਂ ਸਫਲਾ ਬਣਾਉਣਾ ਹੈ। ਸਾਧ ਸੰਗਤ ਪਹਿਲੀ ਪੌੜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਸਾਨੂੰ ਗੁਰਮਤਿ ਦਾ ਪਹਿਲਾ ਸਬਕ ਦਿੱਤਾ, ਪਹਿਲਾ ਪਾਠ ਪੜ੍ਹਾਇਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦੀ ਜਾਚ, ਇਹ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਆਪਣੇ ਪਹਿਲੇ ਸਬਕ ਦੇ ਵਿੱਚ ਹੀ ਸਿਖਾ ਗਏ ਹਨ।
ਜੋ ਇਨਸਾਨ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਸਚਿਆਰ ਹੋਣ ਦਾ ਯਤਨ ਕਰਦਾ ਹੈ, ਉਹ ਫਿਰ ਸਭ ਤੋਂ ਪਹਿਲਾਂ ਇਸੇ ਹੀ ਸਬਕ ਨੂੰ ਪੜ੍ਹਦਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਿੱਛੇ ਜੋ ਸਾਨੂੰ ਨਸੀਹਤ ਦਿੱਤੀ ਹੈ ਕਿ ਕਿਸੇ ਦਿਖਾਵੇ ਜਾਂ ਆਡੰਬਰ ਦੁਆਰਾ ਉਸ ਪ੍ਰਮਾਤਮਾ ਦੇ ਦਰ ਦੇ ਉੱਪਰ ਸਚਿਆਰ ਨਹੀਂ ਬਣਿਆ ਜਾ ਸਕਦਾ। ਉਹ ਸਾਧ ਸੰਗਤ ਸਾਨੂੰ ਸਤਿਗੁਰੂ ਜੀ ਨੇ ਸੰਜਮ ਤੋਂ ਨਹੀਂ, ਆਡੰਬਰ ਤੋਂ ਵਰਜਿਆ ਹੈ। ਕੁਝ ਇੱਕ ਸਾਧਨਾਂ ਦਾ ਜ਼ਿਕਰ ਕਰਕੇ ਜੋ ਅਖੀਰ ਦੇ ਵਿੱਚ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਜਿਹੜੀ ਜੀਵ ਔਰ ਪ੍ਰਮਾਤਮਾ ਦੇ ਦਰਮਿਆਨ ਦੇ ਵਿੱਚ ਕੂੜ ਦੀ ਦੀਵਾਰ ਹੈ, ਜਾਂ ਫਿਰ ਜਿਸ ਨੂੰ ਵਿਦਵਾਨਾਂ ਨੇ ਪਰਮਾਰਥ ਦੀ ਭਾਸ਼ਾ ਦੇ ਵਿੱਚ ਜੀਵ ਔਰ ਬ੍ਰਹਮ ਦੇ ਦਰਮਿਆਨ ਆਵਰਣ ਦਾ ਪਰਦਾ ਵੀ ਕਥਨ ਕੀਤਾ ਹੈ। ਜੀਵ ਨੇ ਉਸ ਪਰਦੇ ਨੂੰ ਤੋੜਨਾ ਹੈ, ਉਸ ਦੀਵਾਰ ਨੂੰ ਗਿਰਾਉਣਾ ਹੈ। ਇਹ ਦੀਵਾਰ ਹੈ ਹਉਮੈ ਦੀ। ਜੇ ਗਿਰਾਉਣਾ ਇਸ ਹਉਮੈ ਦੀ ਦੀਵਾਰ ਨੂੰ, ਆਡੰਬਰ ਕਰਕੇ ਲੋਕ ਦਿਖਾਵੇ ਦੇ ਨਾਲ ਇਸ ਦੀਵਾਰ ਨੂੰ ਹੋਰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ, ਕਿਤੇ ਗਿਰਨ ਦੀ ਬਜਾਏ ਹੋਰ ਮਜ਼ਬੂਤੀ ਦੇ ਨਾਲ ਉਸਰਦੀ ਜਾਏਗੀ। ਤੀਰਥ ਬ੍ਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸਨਾਨ। ਸਾਧ ਸੰਗਤ ਜੇ ਇਹਨਾਂ ਸਾਧਨਾਂ ਦੁਆਰਾ ਵੀ ਮਨ ਦਾ ਅਹੰਕਾਰ ਹੀ ਵੱਧਦਾ ਰਿਹਾ, ਹਉਮੈ ਨੂੰ ਹੀ ਪੱਠੇ ਪੈਂਦੇ ਰਹੇ, ਫਿਰ ਇਹ ਸਾਧਨ ਵਿਅਰਥ ਨੇ। ਜੇ ਸਾਧਨ ਸਿਰਫ ਔਰ ਸਿਰਫ ਸੰਜਮ ਵਾਸਤੇ ਕੀਤੇ, ਫਿਰ ਇਹ ਸਾਧਨ ਸਹਾਇਕ ਬਣ ਜਾਂਦੇ ਹਨ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਸਾਨੂੰ ਅੱਗੇ ਨਸੀਹਤ ਦਿੱਤੀ ਹੈ, ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਜਾਂ ਹੁਕਮ, ਇਸ ਦੀ ਵਿਆਖਿਆ ਜਾਂ ਇਹਦੀ ਬਾਬਤ ਵਿਖਿਆਨ ਕਰਨਾ, ਇਹਦੀ ਬਾਬਤ ਵਿਚਾਰ ਕਰਨੀ ਕੋਈ ਆਸਾਨ ਕੰਮ ਨਹੀਂ। ਤੇਰਾ ਹੁਕਮ ਨਾ ਜਾਪੀ ਕੇਤੜਾ, ਲਿਖ ਨਾ ਜਾਣੈ ਕੋਈ। ਜੇ 100 ਸਾਇਰ ਮੇਲੀਐ, ਤਿਲ ਨਾ ਪੁਜਾਵੈ ਰੋਏ। ਇਹ ਹੁਕਮ ਦੇ ਕਨਸੈਪਟ ਨੂੰ ਬਿਆਨ ਕਰਨਾ ਇਤਨਾ ਆਸਾਨ ਹੁੰਦਾ, ਫਿਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਐਸਾ ਪ੍ਰਮਾਣ ਨਾ ਕਰਦੇ ਜਿਸ ਨੂੰ ਕੋਈ ਆਸਾਨੀ ਨਾਲ ਬਿਆਨ ਨਹੀਂ ਕਰ ਸਕਦਾ ਜਾਂ ਲਿਖ ਕੇ ਨਹੀਂ ਦੱਸ ਸਕਦਾ। ਇਹ ਸੈਂਕੜੇ ਹਜ਼ਾਰਾਂ ਕਵੀ ਜਾਂ ਵਿਦਵਾਨ ਇਕੱਠੇ ਕਰ ਲਏ ਜਾਣ, ਉਹ ਆਪਣਾ ਸਾਰਾ ਤਾਣ ਸਾਰਾ ਜ਼ੋਰ ਲਾ ਕੇ ਰੋ ਕੇ ਵੀ ਇਹਦੀ ਬਾਬਤ ਤਿਲ ਮਾਤਰ ਭਾਵ ਬਹੁਤ ਥੋੜ੍ਹੀ ਜਿਹੀ ਵਿਆਖਿਆ ਵੀ ਨਹੀਂ ਕਰ ਸਕਦੇ। ਜਿਹੜਾ ਇਹ ਹੁਕਮ ਦਾ ਸਬਜੈਕਟ ਇਤਨਾ ਵਿਸ਼ਾਲ ਹੈ, ਇਸ ਨੂੰ ਸਮਝਣਾ ਕਿਤਨਾ ਮੁਹਾਲ ਹੈ, ਇਸ ਦੀ ਵਿਆਖਿਆ ਕਰਨੀ ਇਹ ਕਿਤਨੀ ਟੇਢੀ ਖੀਰ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਹੁਕਮ ਜੋ ਧੁਰ ਦਰਗਾਹੋਂ ਜੀਵ ਦੇ ਮਸਤਕ ਦੇ ਉੱਪਰ ਲਿਖਿਆ ਆ ਰਿਹਾ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਅੱਗੇ ਸਤਿਗੁਰੂ ਜੀ ਨੇ
ਉਸ ਦੀ ਵਿਆਖਿਆ ਸ਼ੁਰੂ ਕੀਤੀ ਹੈ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਉਸ ਹੁਕਮ ਦੀ ਬਾਬਤ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਹਨ, ਹੁਕਮ ਨਾ ਕਹਿਆ ਜਾਈ। ਇਸ ਨੂੰ ਕਿਹਾ ਨਹੀਂ ਜਾ ਸਕਦਾ, ਇਸ ਨੂੰ ਵਿਖਿਆਨ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਸਤਿਗੁਰੂ ਜੀ ਯਤਨ ਕਰਦੇ ਨੇ, ਕਿਉਂਕਿ ਗੁਰੂ ਤੇ ਸਮਰੱਥ ਹੈ ਨਾ। ਇਹ ਗੱਲਾਂ ਤੇ ਸਿਰਫ ਆਪਣੇ ਵਾਸਤੇ ਨੇ। ਗੁਰੂ ਤੇ ਆਪ ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੇ ਗੁਰਸੂਰਾ। ਗੁਰੂ ਔਰ ਪਰਮੇਸ਼ਰ ਵਿੱਚ ਤੇ ਭੇਦ ਹੀ ਕੋਈ ਨਹੀਂ। ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਉਸ ਹੁਕਮ ਦੀ ਵਿਆਖਿਆ ਕਰ ਰਹੇ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨਾਲ ਹੀ ਇਹ ਜਿੰਨੇ ਵੀ ਆਕਾਰ ਨੇ, ਜੋ ਕੁਝ ਵੀ ਦੇਖਣ ਨੂੰ ਪਸਾਰਾ ਮਿਲਦਾ ਹੈ, ਇਹ ਸਾਰੇ ਹੋਂਦ ਦੇ ਵਿੱਚ ਆਏ ਨੇ। ਇਹ ਅਕਾਲ ਪੁਰਖ ਵਾਹਿਗੁਰੂ ਦੀ ਹੀ ਸਾਰੀ ਸਿਰਜਣਾ ਹੈ। ਜੋ ਕੁਝ ਵੀ ਆਪਾਂ ਅੱਖਾਂ ਦੇ ਨਾਲ ਦੇਖ ਰਹੇ ਹਾਂ। ਅੱਗੇ ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਜਿਤਨੇ ਵੀ ਜਾਣਦਾਰ ਜੀਵ ਨੇ, ਇਹ ਸਾਰੇ ਉਸ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਨਾਲ ਹੀ ਪੈਦਾ ਹੋਏ ਨੇ। ਔਰ ਜੀਵਾਂ ਨੂੰ ਜਿਹੜੀ ਵਡਿਆਈ ਜਾਂ ਬਖਸ਼ਿਸ਼ ਮਿਲਦੀ ਹੈ, ਉਹ ਵੀ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਨਾਲ ਹੀ। ਉਹ ਸਾਰ ਸੰਗਤ ਸੰਖੇਪ ਦੇ ਵਿੱਚ ਆਪਣੇ ਇਸ ਵਿਚਾਰ ਨੂੰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੂਲ ਮੰਤਰ ਦੇ ਵਿੱਚ ਹੀ ਬਿਆਨ ਕਰ ਦਿੱਤਾ ਹੈ। ਔਰ ਜਦੋਂ ਸਤਿਗੁਰੂ ਜੀ ਨੇ ਉਸ ਨੂੰ ਕਰਤਾ ਪੁਰਖ ਕਹਿ ਦਿੱਤਾ, ਸੰਸਾਰ ਦਾ ਸਿਰਜਣਹਾਰ, ਔਰ ਸਿਰਜਣਹਾਰ ਵੀ ਐਸਾ ਜਿਹੜਾ ਆਪਣੇ ਸਿਰਫ ਇੱਕ ਸੰਕਲਪ ਮਾਤਰ ਦੇ ਨਾਲ ਹੀ ਕਰੋੜਾਂ ਬ੍ਰਹਿਮੰਡ ਸਾਜ ਦਿੰਦਾ ਹੈ। ਇਹ ਸਾਰੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਰਚਨਾ ਹੈ, ਭਾਵੇਂ ਜੜ ਭਾਵੇਂ ਚੇਤਨ। ਇਹ ਸਾਰੀ ਸ੍ਰਿਸ਼ਟੀ ਸਾਜੀ ਹੋਈ ਉਸ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਹੀ ਹੈ। ਔਰ ਜੀਵਨ ਨੂੰ ਵਡਿਆਈ ਦੇਣ ਵਾਲਾ ਵੀ ਉਹ ਅਕਾਲ ਪੁਰਖ ਆਪ ਹੀ ਹੈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈ ਹੈ। ਸਾਧ ਸੰਗਤ ਜਿੱਥੇ ਕਿਤੇ ਹੁਕਮ ਦਾ ਜ਼ਿਕਰ ਆਉਂਦਾ ਹੈ, ਉੱਥੇ ਕਈ ਥਾਂ ਤੇ ਇਸ ਤਰ੍ਹਾਂ ਦੀ ਵਿਚਾਰ ਮਿਲਦੀ ਹੈ, ਜਿਸ ਤਰ੍ਹਾਂ ਪਿਛਲੀ ਪਹਿਲੀ ਪੌੜੀ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫੁਰਮਾਨ ਕੀਤਾ, ਹੁਕਮ ਨਾਨਕ ਲਿਖਿਆ ਨਾਲ। ਇੱਥੇ ਵੀ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਉਸ ਲਿਖੇ ਹੋਏ ਹੁਕਮ ਦੁਆਰਾ ਹੀ ਤੁਰ ਦਰਗਾਹੋਂ ਜੀਵ ਦੇ ਮਸਤਕ ਦੇ ਉੱਪਰ ਉਕਰੇ ਹੋਏ ਹੁਕਮ ਦੇ ਅਨੁਸਾਰ ਹੀ ਜੀਵ ਨੂੰ ਸੁੱਖ ਜਾਂ ਦੁੱਖ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜਦੋਂ ਇਹ ਜੀਵ ਸੰਸਾਰ ਤੇ ਆਉਂਦਾ ਹੈ ਨਾ, ਇੱਕ ਥਾਂ ਤੇ ਹੋਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫੁਰਮਾਨ ਕੀਤਾ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦੇ ਪਾਸੋਂ ਆਪਣੇ ਮਸਤਕ ਦੇ ਉੱਪਰ ਲੇਖ ਲਿਖਾ ਕੇ ਲਿਆਉਂਦਾ ਹੈ। ਜਦੋਂ ਆਉਂਦਾ ਸੰਸਾਰ ਤੇ ਇਹਦੇ ਪਾਸ ਬਸ ਇਹੋ ਹੀ ਐਸੈਟਸ ਹੁੰਦੇ ਨੇ, ਸੰਸਕਾਰਾਂ ਦੀ ਇਹਦੇ ਪਾਸ ਪੂੰਜੀ ਹੋਇਆ ਕਰਦੀ ਹੈ। ਜੀਵ ਨੇ ਇਸ ਮਾਤ ਲੋਕ ਤੇ ਸੰਸਾਰ ਤੇ ਆ ਕੇ ਸ਼ੁਭ ਗੁਣਾਂ ਦਾ ਵਪਾਰ ਕਰਨਾ ਹੈ। ਇਹ ਵਪਾਰ ਕਰਨ ਵਾਸਤੇ
ਉਸ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ 'ਤੇ ਭੇਜਿਆ ਹੈ। ਇੱਕ ਤਾਂ ਇਹਦੇ ਪਾਸ ਪੂੰਜੀ ਹੈ ਸਵਾਸਾਂ ਦੀ, ਔਰ ਦੂਸਰਾ ਇਹਦਾ ਐਸੈਟਸ ਜਾਂ ਦੂਸਰੀ ਇਹਦੀ ਸੰਪਦਾ ਉਹ ਹੈ ਅਕਾਲ ਪੁਰਖ ਵਾਹਿਗੁਰੂ ਦੇ ਪਾਸੋਂ ਮਿਲੇ ਹੋਏ ਸੰਸਕਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਜੰਮੂ ਦੇ ਇਲਾਕੇ ਵਿੱਚ ਗਏ, ਉੱਥੇ ਇੱਕ ਵਣਜਾਰਿਆਂ ਦਾ ਪਿੰਡ, ਉਸ ਤੋਂ ਬਾਹਰ ਆਪ ਨੇ ਡੇਰਾ ਕਰ ਲਿਆ। ਜਿਹੜਾ ਉੱਥੋਂ ਦੇ ਵਣਜਾਰਿਆਂ ਦਾ ਚੌਧਰੀ, ਉਸ ਨੂੰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ। ਘਰ ਦੇ ਵਿੱਚ ਰੰਗ ਤਮਾਸ਼ੇ ਹੋਣ ਲੱਗ ਪਏ, ਢੋਲ ਢਮਕਿਆਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਮਰਦਾਨੇ ਦੇ ਕੰਨਾਂ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਪਈਆਂ, ਉਸਨੇ ਅੰਦਾਜ਼ਾ ਲਾ ਲਿਆ ਵੀ ਇਸ ਨਗਰ ਦੇ ਵਿੱਚ ਵੀ ਐਸਾ ਖੁਸ਼ੀ ਦਾ ਮਾਹੌਲ ਹੈ, ਢੋਲ ਢਮੱਕੇ ਵੱਜ ਰਹੇ ਨੇ, ਆਨੰਦ ਮੰਗਲਾਚਾਰ ਹੋ ਰਹੇ ਨੇ। ਖੈਰ, ਰਾਤ ਗੁਜ਼ਰ ਗਈ, ਅੰਮ੍ਰਿਤ ਵੇਲਾ ਹੋਇਆ। ਗੁਰੂ ਬਾਬਾ ਜੀ ਸਾਵਧਾਨ ਹੋਏ, ਇਸ਼ਨਾਨ ਆਦਿ ਕਰਕੇ ਰੱਬ ਦੀ ਬੰਦਗੀ ਵਿੱਚ ਜੁੜ ਕੇ ਬੈਠੇ। ਨਿਯਤ ਸਮੇਂ ਮਰਦਾਨੇ ਨੇ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੱਤਾ। ਜਦੋਂ ਸੂਰਜ ਦੀ ਟਿੱਕੀ ਚੜ੍ਹਦੀ ਦੇ ਨਾਲ ਭੋਗ ਪਾਇਆ, ਅਰਦਾਸ ਬੇਨਤੀ ਕਰਕੇ ਜਦੋਂ ਮਰਦਾਨੇ ਨੇ ਟਹਿਲਣਾ ਸ਼ੁਰੂ ਕਰ ਦਿੱਤਾ, ਫਿਰ ਕੰਨਾਂ ਵਿੱਚ ਆਵਾਜ਼ ਪਈ ਰੋਣ ਕੁਰਲਾਉਣ ਦੀ, ਵੈਣ ਪਾਏ ਜਾ ਰਹੇ ਨੇ। ਮਰਦਾਨਾ ਬੜਾ ਅਸਚਰਜ, ਬੜਾ ਹੈਰਾਨ ਵੀ ਜਾ ਕੇ ਦੇਖਾਂ ਤੇ ਸਹੀ। ਗਿਆ ਉਸ ਪਿੰਡ ਦੇ ਵਿੱਚ, ਪਤਾ ਲੱਗਿਆ ਵੀ ਵਣਜਾਰਿਆਂ ਦਾ ਚੌਧਰੀ, ਜਿਸ ਨੂੰ ਪਹਿਲੀ ਰਾਤ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਸੀ, ਅੱਜ ਉਹ ਸਿਰਫ ਇੱਕ ਰਾਤ ਬਤੀਤ ਕਰਕੇ ਇਸ ਸੰਸਾਰ ਤੋਂ ਆਪਣਾ ਡੇਰਾ ਕੂਚ ਕਰ ਗਿਆ ਹੈ। ਮਰਦਾਨੇ ਦਾ ਹਿਰਦਾ ਵੀ ਦਰਵੀਭੂਤ ਹੋ ਗਿਆ। ਉਸ ਚੌਧਰੀ ਨੂੰ ਧੀਰਜ ਦੇਣ ਦੀ ਕੋਸ਼ਿਸ਼ ਕੀਤੀ, ਪਰ ਜਿਹੜਾ ਇਹਦੇ ਮਨ ਵਿੱਚ ਆਪਣੇ ਪੁੱਤਰ ਦੇ ਵਿਯੋਗ ਦਾ ਪ੍ਰਵਾਹ ਚੱਲ ਰਿਹਾ ਨਾ, ਮਰਦਾਨੇ ਦੀਆਂ ਨਸੀਹਤਾਂ ਤਾਂ ਉਹਦੇ ਵਿੱਚ ਤਿਨਕੇ ਵਾਂਗ ਰੁੜ ਗਈਆਂ। ਪਰ ਮਰਦਾਨਾ ਇਸ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਸ ਆ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਆ ਕੇ ਉਹ ਸਾਰੀ ਵਾਰਤਾ ਦੱਸੀ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਇਹ ਜੀਵ ਸੰਸਾਰ 'ਤੇ ਸਿਰਫ ਉਮਰਾਂ ਰੂਪੀ ਰਾਤ ਕੱਟਣ ਵਾਸਤੇ ਹੀ ਆਇਆ ਹੈ। ਸੰਸਾਰ ਦੀ ਖੇਡ ਹੀ ਪ੍ਰਮਾਤਮਾ ਨੇ ਐਸੀ ਬਣਾਈ ਹੈ। ਮਹਾਰਾਜ, ਮੇਰਾ ਪੁੱਤਰ ਤੇ ਸੱਚਮੁੱਚ ਹੀ ਇੱਕ ਰਾਤ ਦਾ ਪ੍ਰਾਹੁਣਾ ਬਣ ਕੇ ਆਇਆ। ਪਰ ਬੜਾ ਇਸ ਨੇ ਵਿਯੋਗ ਕੀਤਾ। ਫਿਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਨੂੰ ਧੀਰਜ ਦੇਣ ਵਾਸਤੇ ਇੱਕ ਸ਼ਬਦ ਉਚਾਰਨ ਕੀਤਾ, ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਪਹਿਰਿਆਂ ਦੇ ਸਿਰਲੇਖ ਹੇਠ ਦਰਜ ਹੈ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਭਇਆ ਗੁਰਭਾਸ। ਉਰਧ ਤਪ ਕਰੈ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣੈ, ਉਰਧ ਧਿਆਨ ਲਿਵ ਲਾਗਾ। ਨਾਮ ਰਜਾਦ ਆਇਆ ਕਲ ਭੀਤਰ, ਬਾਹੁੜ ਜਾਸੀ ਨਾਂਗਾ। ਸਾਰ ਸੰਗਤ ਅੱਗੇ ਜੋ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ, ਜੈਸੀ ਕਲਮ ਬੂੜੀ ਹੈ ਮਸਤਕ। ਹੁਣ ਜੀਵ ਆਇਆ ਸੰਸਾਰ 'ਤੇ, ਇਹ ਕਿਸੇ ਮਰਿਆਦਾ ਵਿੱਚ ਤੇ ਹੈ ਨਹੀਂ, ਨਾ ਸਰੀਰ ਦੇ ਉੱਪਰ ਕੋਈ ਵਸਤਰ ਹੈ,
ਨਾ ਸਰੀਰ ਦੇ ਉੱਪਰ ਕੋਈ ਧਾਰਮਿਕ ਚਿੰਨ੍ਹ ਹੈ, ਨਾ ਮੁਰਝਾਰ ਆਇਆ ਕਲ ਭੀਤਰ। ਨੰਗਾ ਹੀ ਆਇਆ ਸੀ ਸੰਸਾਰ ਤੇ, ਨਾਂਗੇ ਆਵਣ ਨਾਂਗੇ ਜਾਣਾ, ਔਰ ਬਹੁੜ ਜਾਸੀ ਨਾਂਗਾ, ਨੰਗਾ ਹੀ ਚਲਿਆ ਜਾਏਗਾ। ਉਦੋਂ ਕੋਈ ਮਰਜ਼ਾਦਾ ਨਹੀਂ ਹੁੰਦੀ ਜਦੋਂ ਜੀਵ ਸੰਸਾਰ ਤੇ ਜਨਮ ਲੈਂਦਾ ਹੈ। ਫਿਰ ਸੰਸਾਰ ਤੇ ਲੈ ਕੇ ਕੀ ਆਉਂਦਾ ਹੈ, ਉਦੋਂ ਇਸ ਦੇ ਪੱਲੇ ਕੀ ਹੁੰਦਾ ਹੈ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੀ ਪੂੰਜੀ ਦਾ ਇੱਥੇ ਜ਼ਿਕਰ ਕਰਦੇ ਨੇ ਵੀ ਕੀ ਲੈ ਕੇ ਆਉਂਦਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਪਾਸੋਂ ਆਪਣੇ ਮਸਤਕ ਦੇ ਉੱਪਰ ਲੇਖ ਲਿਖਾ ਕੇ ਲਿਆਉਂਦਾ ਹੈ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ। ਉਹ ਸਾਰ ਸੰਗਤ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਜਿਹੜੇ ਜੀਵ ਦੇ ਮਸਤਕ ਦੇ ਉੱਪਰ ਲੇਖ ਲਿਖੇ ਨੇ। ਠੀਕ ਹੈ, ਭਾਵੇਂ ਹੁਕਮ ਤੇ ਅਕਾਲ ਪੁਰਖ ਵਾਹਿਗੁਰੂ ਦਾ ਹੈ, ਪਰ ਉਸਨੇ ਇਹਦੇ ਮਸਤਕ ਦੇ ਉੱਪਰ ਲੇਖ ਇਹਦੇ ਕਰਮਾਂ ਅਨੁਸਾਰ ਲਿਖੇ ਨੇ। ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ। ਉਹ ਸਾਧ ਸੰਗਤ ਹੁਕਮ ਤੇ ਜੱਜ ਕਰਦਾ ਹੈ। ਜਦੋਂ ਉਹਦੇ ਪਾਸ ਕੋਈ ਕੇਸ ਆਉਂਦਾ ਹੈ, ਉਸਨੇ ਆਪਣਾ ਫੈਸਲਾ ਦੇਣਾ ਹੁੰਦਾ ਹੈ। ਫੈਸਲਾ ਜੱਜ ਦਾ ਹੋਇਆ ਕਰਦਾ ਹੈ। ਜੇ ਇਨਸਾਫ ਹੋਵੇ ਉਹ ਫੈਸਲਾ ਮੁਤਾਬਕ ਹੁੰਦਾ ਹੈ। ਜਿਹੜਾ ਗੁਨਾਹਗਾਰ ਹੈ ਉਸ ਦੇ ਦੋਸ਼ਾਂ ਦੇ ਮੁਤਾਬਕ, ਉਸ ਦੇ ਦੋਸ਼ਾਂ ਦੇ ਅਨੁਸਾਰ, ਜਿਹੋ ਜਿਹਾ ਕਿਸੇ ਨੇ ਗੁਨਾਹ ਜਾਂ ਕਾਨੂੰਨ ਦੀ ਸਿਸਟਮ ਦੀ ਜਿਹੋ ਜਿਹੀ ਕਿਸੇ ਨੇ ਉਲੰਘਣਾ ਕੀਤੀ ਹੁੰਦੀ ਹੈ, ਫਿਰ ਉਹ ਜਿਹਾ ਹੀ ਉਸ ਨੂੰ ਫੈਸਲਾ ਪ੍ਰਾਪਤ ਹੋ ਜਾਂਦਾ ਹੈ। ਲੇਖ ਤੇ ਮਸਤਕ ਦੇ ਉੱਪਰ ਲਿਖੇ ਨੇ ਪ੍ਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ। ਪਰ ਸਤਿਗੁਰੂ ਜੀ ਫਰਮਾਨ ਕਰਦੇ ਹਨ ਵੀ ਉਹ ਕਲਮ ਵਗਦੀ ਹੈ ਜੀਵ ਦੇ ਆਪਣੇ ਲੇਖਾਂ ਅਨੁਸਾਰ, ਜੀਵ ਦੇ ਆਪਣੇ ਪੂਰਬਲੇ ਕਰਮਾਂ ਦੇ ਅਨੁਸਾਰ। ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਕਿਸਮ ਦਾ ਜੱਜ ਬਣ ਕੇ, ਕਿਉਂਕਿ ਉਹ ਤਾਂ ਹੈ ਹੀ ਸਾਰੀ ਸ੍ਰਿਸ਼ਟੀ ਦਾ ਸੁਆਮੀ, ਉਸ ਦਾ ਅਮਰ, ਉਸ ਦਾ ਹੁਕਮ ਤੇ ਚੱਲਣਾ ਹੀ ਹੋਇਆ। ਹੁਕਮ ਚਲਾਏ ਆਪਣੇ, ਪਰ ਜਿਹੜਾ ਲੇਖ ਲਿਖਿਆ ਹੈ ਨਾ ਜੀਵ ਦੇ ਮੱਥੇ ਦੇ ਉੱਪਰ, ਉਹ ਉਹਦੇ ਕੀਤੇ ਕਰਮਾਂ ਦੇ ਅਨੁਸਾਰ। ਕਰਮੀ ਵਹਿ ਕਲਾਮ। ਫਿਰ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ। ਸਾਰ ਸੰਗ ਜਿਹੜਾ ਇਹ ਰੱਬੀ ਹੁਕਮ, ਇਹ ਕਰਮਾਂ ਦਾ ਲੇਖ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਜੀਵ ਦੇ ਮਸਤਕ ਦੇ ਉੱਪਰ ਲਿਖ ਦਿੱਤਾ। ਉਹਨਾਂ ਲੇਖਾਂ ਜਾਂ ਉਹਨਾਂ ਕਰਮਾਂ ਦੇ ਮੁਤਾਬਕ ਹੀ ਕੋਈ ਇਨਸਾਨ ਊਚ ਜਾਂ ਨੀਚ ਹੋ ਸਕਦਾ ਹੈ। ਗੁਰੂ ਨਾਨਕ ਦੇ ਘਰ ਵਿੱਚ ਕੋਈ ਜਾਤੀ ਕਰਕੇ ਊਚ ਜਾਂ ਨੀਚ ਨਹੀਂ ਮੰਨਿਆ ਗਿਆ। ਜਾਤੀ ਕਰਕੇ ਕੋਈ ਵੱਡਾ ਜਾਂ ਛੋਟਾ ਨਹੀਂ ਕਿਹਾ ਜਾ ਸਕਦਾ। ਜੇ ਕੋਈ ਉੱਤਮ ਹੈ ਉਹ ਆਪਣੇ ਗੁਣਾਂ ਕਰਕੇ, ਜੇ ਕੋਈ ਨੀਚ ਹੈ ਉਹ ਆਪਣੇ ਅਵਗੁਣਾਂ ਕਰਕੇ। ਇਹ ਰੱਬੀ ਹੁਕਮ ਹੈ, ਇਹ ਰੱਬੀ ਮਰਜ਼ਾਦਾ ਹੈ। ਜਿਨ੍ਹਾਂ ਨੇ ਇਸ ਨੂੰ ਸਮਝ ਲਿਆ, ਫਿਰ ਸਾਧ ਸੰਗਤ ਜੇ ਉਹਨਾਂ ਨੂੰ ਪਾਪ ਕਰਮਾਂ ਦਾ ਫਲ ਦੁੱਖ ਪ੍ਰਾਪਤ ਹੋ ਜਾਵੇ, ਉਹ ਇਸ ਨੂੰ ਦੁੱਖ ਨਹੀਂ ਸਮਝਦੇ। ਪਾਪ ਕਰਮਾਂ ਦਾ ਫਲ ਸੁੱਖ ਪ੍ਰਾਪਤ ਹੋ ਜਾਵੇ, ਉਹ ਇਸ ਨੂੰ ਸੁੱਖ ਨਹੀਂ, ਬਲਕਿ ਇਹ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਮਰਜ਼ਾਦਾ ਦੇ ਅਨੁਸਾਰ ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਜਾਣਦੇ ਨੇ। ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤੇ ਦੀਏ। ਇਹ ਤੇ ਉਹ ਦਾਤਾ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਾਣਦਾ ਹੈ, ਜਿਸ ਨੇ ਮੈਨੂੰ ਇਹ ਸੁੱਖ ਜਾਂ ਦੁੱਖ ਦਿੱਤੇ ਨੇ। ਇਹ ਸੁੱਖ ਦਿੱਤਾ ਹੈ ਉਹ ਵੀ ਮੇਰੇ ਕਰਮਾਂ ਦਾ ਹੈ, ਜੇ ਦੁੱਖ ਦਿੱਤਾ ਹੈ ਇਹ ਵੀ ਉਸ ਪ੍ਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ ਹੀ ਰਜ਼ਾ ਹੈ। ਕੇਤਿਆਂ ਦੁੱਖ ਭੂਖ ਸਦ ਮਾਰ, ਇਸ ਨੂੰ ਵੀ ਉਹ ਪ੍ਰਮਾਤਮਾ ਦੀ ਦਾਤ ਸਮਝ ਕੇ ਸਵੀਕਾਰ ਕਰ ਲੈਂਦੇ ਨੇ।
ਇਹ ਭੇ ਦਾਤ ਤੇਰੀ ਦਾਤਾਰ। ਸਾਰ ਸੰਗਤ ਇਹ ਗੁਰੂ ਕੇ ਇਸ ਪਵਿੱਤਰ ਉਪਦੇਸ਼ ਦਾ ਸਾਧਨ ਪੱਖ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੇ ਜੀਵ ਦੇ ਮਸਤਕ ਦੇ ਉੱਪਰ ਕਰਮਾਂ ਅਨੁਸਾਰ ਲੇਖ ਲਿਖ ਦਿੱਤੇ। ਉਹਨਾਂ ਲੇਖਾਂ ਦੇ ਅਨੁਸਾਰ ਜਾਂ ਤੇ ਇਸ ਸੰਸਾਰ 'ਤੇ ਬਹੁਤ ਪ੍ਰਸਿੱਧ ਹੋ ਗਿਆ, ਇਸ ਨੂੰ ਸੰਸਾਰ ਦੇ ਲੋਕਾਂ ਨੇ ਉੱਤਮ ਕਹਿਣਾ ਸ਼ੁਰੂ ਕਰ ਦਿੱਤਾ, ਜਾਂ ਕਰਮਾਂ ਕਰਕੇ ਇਸ ਨੂੰ ਨੀਚ ਕਿਹਾ ਜਾਣ ਲੱਗ ਪਿਆ, ਜਾਂ ਕਰਮਾਂ ਦਾ ਫਲ ਇਸ ਨੂੰ ਸੁੱਖ ਮਿਲ ਗਿਆ ਜਾਂ ਦੁੱਖ ਮਿਲ ਗਿਆ। ਫਿਰ ਉਹ ਪਰਮਾਤਮਾ ਦੇ ਉੱਪਰ ਗਿਲਾ ਨਹੀਂ ਕਰਦਾ ਜਿਹੜਾ ਇਸ ਭੇਦ ਨੂੰ ਬੁੱਝ ਲੈਂਦਾ ਹੈ। ਉਹ ਕਿਸੇ ਨੂੰ ਦੋਸ਼ ਨਹੀਂ ਦਿੰਦਾ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ। ਜੇ ਦੋਸ਼ ਦਿੰਦਾ ਵੀ ਹੈ ਕਿਸੇ ਨੂੰ, ਉਹ ਸਿਰਫ ਔਰ ਸਿਰਫ ਆਪਣੇ ਕਰਮਾਂ ਨੂੰ ਹੀ ਦੋਸ਼ ਦਿਆ ਕਰਦਾ ਹੈ। ਉਸ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇਹ ਤੇ ਮੇਰੇ ਆਪਣੇ ਹੀ ਕੀਤੇ ਕਰਮਾਂ ਦਾ ਫਲ ਹੈ। ਜੋ ਪਰਮਾਤਮਾ ਨੇ ਮੇਰੇ ਮਸਤਕ ਦੇ ਉੱਪਰ ਲੇਖ ਲਿਖੇ ਨੇ, ਸੁੱਖ ਦੇ ਜਾਂ ਦੁੱਖ ਦੇ, ਇਹ ਮੇਰਾ ਹੀ ਪਿਛਲਾ ਬੀਜਿਆ ਬੀਜ ਹੈ ਜੋ ਮੈਂ ਹੁਣ ਵੱਢ ਰਿਹਾ। ਹੁਕਮ ਲਿਖ ਦੁੱਖ ਸੁੱਖ ਪਾਈਐ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈ ਹੈ। ਇੱਕ ਨਾ ਨੂੰ ਉਸ ਪਰਮਾਤਮਾ ਦੀ ਬਣਾਈ ਮਰਜ਼ਾਦਾ ਅਨੁਸਾਰ ਜਿਨ੍ਹਾਂ ਨੇ ਜਿਹੋ ਜਿਹੇ ਕਰਮ ਕੀਤੇ, ਫਿਰ ਉਸ ਦਾ ਫਲ ਪਰਮਾਤਮਾ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਔਰ ਇੱਕ ਜਿਹੜੇ ਪਰਮਾਤਮਾ ਤੋਂ ਬੇਮੁਖ ਹੋ ਜਾਂਦੇ ਨੇ, ਨਿੰਦਨੀਆਂ ਕਰਮਾਂ ਵਿੱਚ ਖਚਿਤ ਹੋ ਕੇ ਆਪਣਾ ਜਨਮ ਬਰਬਾਦ ਕਰ ਲੈਂਦੇ ਨੇ, ਉਹ ਪਰ ਬਾਰ-ਬਾਰ ਭੁਆਏ ਜਾਂਦੇ ਹਨ 84 ਦੇ ਗੇੜ ਦੇ ਵਿੱਚ, ਆਵਾ ਗਾਉਣ ਦੇ ਵਿੱਚ। ਇਹ ਹੈ ਸਭ ਜੀਵ ਦੇ ਆਪਣੇ ਹੀ ਕੀਤੇ ਕਰਮਾਂ ਦਾ ਫਲ। ਤੋ ਸਾਰ ਸੰਗਤ ਪਰਮਾਤਮਾ ਨੇ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ। ਇਕਨਾਂ ਨੂੰ ਬਖਸ਼ਿਸ਼ ਆਪਣੀ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਵਡਿਆਈ ਦੇ ਦਿੱਤੀ। ਭਲਾ ਇਹ ਗੱਲ ਤੇ ਸਮਝ ਵਿੱਚ ਆ ਸਕਦੀ ਹੈ ਵੀ ਜਿਹੜੇ ਆਪਣੇ ਕਰਮਾਂ ਦਾ ਫਲ ਆਵਾ ਗਾਉਣ ਦੇ ਚੱਕਰ ਦੇ ਵਿੱਚ ਫਸ ਗਏ ਨੇ, ਫਿਰ ਉਹ ਵੀ ਪਰਮਾਤਮਾ ਦੀ ਬਣਾਈ ਹੋਈ ਆਪਣੀ ਨੇਤ ਹੀ ਹੈ ਉਹਦੇ ਮੁਤਾਬਕ। ਕਿਉਂਕਿ ਪਰਮਾਤਮਾ ਕਿਸੇ ਨਾਲ ਵਿਤਕਰਾ ਕਰਕੇ ਕਿਸੇ ਨੂੰ 84 ਦੇ ਚੱਕਰ ਵਿੱਚ ਨਹੀਂ ਪਾਉਂਦਾ। ਉਹਨੇ ਤੇ ਜੀਵ ਨੂੰ ਕਿਤਨੀ ਵੱਡੀ ਬਖਸ਼ਿਸ਼ ਦੇ ਨਾਲ ਨਿਵਾਜਿਆ। ਪਹਿਲਾਂ ਤਾਂ ਇਹੋ ਹੀ ਬਹੁਤ ਵੱਡੀ ਬਖਸ਼ਿਸ਼ ਹੈ ਕਿ ਇਸ ਨੂੰ ਤਮਾਮ ਜੂਨੀਆਂ ਦੀ ਸਰਦਾਰ ਦੇ ਹੀ ਮਾਨੁਕ ਤਨ ਬਖਸ਼ ਦਿੱਤਾ। ਇਹਦੇ ਨਾਲੋਂ ਵੱਡੀ ਪ੍ਰਾਪਤੀ ਹੋਰ ਕੀ ਹੋ ਸਕਦੀ ਹੈ ਜੇ ਕਿਸੇ ਨੂੰ ਮਨੁੱਖਾ ਦੇਹੀ ਮਿਲ ਗਈ। ਫਿਰ ਪਰਮਾਤਮਾ ਨੇ ਹੋਰ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ। ਇਸ ਨੂੰ ਦੇਖਣ ਵਾਸਤੇ ਅੱਖਾਂ ਦੇ ਦਿੱਤੀਆਂ, ਸੁਣਨ ਵਾਸਤੇ ਕੰਨ ਦੇ ਦਿੱਤੇ, ਬੋਲਣ ਵਾਸਤੇ ਜ਼ਬਾਨ ਦੇ ਦਿੱਤੀ, ਔਰ ਚੱਲਣ ਵਾਸਤੇ ਪੈਰ, ਕੰਮ ਕਰਨ ਵਾਸਤੇ ਹੱਥ ਦੇ ਦਿੱਤੇ, ਔਰ ਸੋਚਣ ਵਾਸਤੇ, ਚਿੰਤਨ ਕਰਨ ਵਾਸਤੇ ਬੁੱਧ ਬਖਸ਼ ਦਿੱਤੀ, ਨਿਰਣਾ ਕਰਨ ਲਈ। ਫਿਰ ਦੋਸਤੋ ਪਰਮਾਤਮਾ ਨੇ ਇਹਦੇ ਪਾਸੋਂ ਛੁਪਾ ਕੇ ਕੀ ਰੱਖਿਆ? ਜਿਨ ਜੀਓ ਪਿੰਡ ਮੁੱਖ ਨੱਕ ਦੀਆ, ਵਰਤਣ ਕਉ ਪਾਣੀ। ਹੋਰ ਕਿਤਨੀਆਂ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ। ਕਈ ਵਾਰ ਆਪਣੇ ਪਾਸ ਫੁਰਸਤ ਹੀ ਨਹੀਂ ਹੁੰਦੀ ਇਹ ਗੱਲਾਂ ਸੋਚਣ ਦੀ ਕਿ ਪਰਮਾਤਮਾ ਨੇ ਇੱਥੇ ਸਾਡੇ ਵਾਸਤੇ ਰਹਿਣ ਲਈ ਕਿਹੋ ਜਿਹਾ ਅਨੁਕੂਲ ਵਾਤਾਵਰਨ ਬਣਾਇਆ ਹੈ। ਅੰਨ ਖਾਣਾ, ਕੱਪੜ ਪਹਿਨਣ ਦੀਆ, ਰਸ ਅੰਨ ਭੋਗਾਣੀ। ਪੀਣ ਵਾਸਤੇ ਪਾਣੀ, ਖਾਣ ਵਾਸਤੇ ਭੋਜਨ, ਔਰ ਸਾਹ ਲੈਣ ਵਾਸਤੇ ਆਕਸੀਜਨ ਹਵਾ ਦਿੱਤੀ। ਕਿਤਨੀਆਂ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਨੇ, ਆਪਾਂ ਤਾਂ ਕਦੀ ਸੋਚਦੇ ਹੀ ਨਹੀਂ।
ਇਨਸਾਨ ਨੂੰ ਥੋੜ੍ਹੇ ਜਿਹੇ ਯਤਨ ਦੇ ਨਾਲ ਪੀਣ ਵਾਸਤੇ ਪਾਣੀ ਪ੍ਰਾਪਤ ਹੋ ਜਾਂਦਾ ਹੈ, ਖਾਣ ਵਾਸਤੇ ਭੋਜਨ ਮਿਲ ਜਾਂਦਾ ਹੈ, ਔਰ ਸਾਹ ਲੈਣ ਵਾਸਤੇ ਆਕਸੀਜਨ ਪ੍ਰਾਪਤ ਹੋ ਜਾਂਦੀ ਹੈ। ਇਹ ਕਿਤਨੀਆਂ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਨੇ ਪਿਛਲੇ ਸਮੇਂ ਦੌਰਾਨ ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਕੋਵਿਡ ਦੀ ਮਹਾਂਮਾਰੀ ਸਮੇਂ ਜਿਨ੍ਹਾਂ ਨੂੰ ਆਕਸੀਜਨ ਦੀ ਕਮੀ ਦਾ ਸਾਹਮਣਾ ਕਰਨਾ ਪਿਆ, ਫਿਰ ਕਿਤਨੇ ਯਤਨ ਕਰਨੇ ਪਏ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਕਿਵੇਂ ਇੱਕ ਤਰੀਕੇ ਦੇ ਨਾਲ ਆਕਸੀਜਨ ਦੇ ਲੰਗਰ ਹੀ ਲਾਏ ਗਏ, ਉਹਦੇ ਵਾਸਤੇ ਕਿੰਨਾ ਯਤਨ ਕਰਨਾ ਪਿਆ। ਪਰ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਆਪਾਂ ਨੂੰ ਨਿਰੰਤਰ ਇਸ ਬਖਸ਼ਿਸ਼ ਦੇ ਨਾਲ ਨਿਵਾਜ ਰਿਹਾ ਹੈ, ਆਪਣੇ ਪਾਸ ਤੇ ਉਹਦਾ ਸ਼ੁਕਰ ਕਰਨ ਦੀ ਵੀ ਫੁਰਸਤ ਨਹੀਂ। ਸਾਰ ਸੰਗਤ ਪਰਮਾਤਮਾ ਨੇ ਕਿਸੇ ਪਾਸੋਂ ਕੁਝ ਛੁਪਾ ਕੇ ਨਹੀਂ ਰੱਖਿਆ, ਉਹ ਤੇ ਹਮੇਸ਼ਾ ਜੀਵ ਦੇ ਉੱਪਰ ਕਰਦਾ ਹੈ ਬਖਸ਼ਿਸ਼ ਹੀ। ਇੱਕ ਨਾ ਹੁਕਮੀ ਬਖਸ਼ੀਸ। ਪਰ ਜੇ ਜੀਵ ਆਵਾਗਾਉਣ ਦੇ ਚੱਕਰ ਵਿੱਚ ਪੈ ਗਿਆ, ਇਹਦੇ ਵਿੱਚ ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਦੋਸ਼ ਨਹੀਂ। ਦੋਸ਼ ਇਹਦਾ ਹੈ ਜਿਹੜਾ ਉਸ ਨੂੰ ਭੁੱਲ ਗਿਆ ਹੈ, ਜਿਹਨੇ ਦੇਣ ਵਾਲੇ ਦਾਤੇ ਨੂੰ ਵਿਸਾਰ ਦਿੱਤਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਜਿਸ ਨੇ ਆਪਣਾ ਸ਼ੁਮਾਰ, ਆਪਣੀ ਗਿਣਤੀ ਮਨਮੁਖਾਂ ਵਿੱਚ ਕਰ ਲਈ ਹੈ। ਕੀ ਪਰਿਭਾਸ਼ਾ ਹੈ ਮਨਮੁਖ ਦੀ? ਦੇਂਦੇ ਥਾਵਹੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ। ਜਿਹੜਾ ਅਕਾਲ ਪੁਰਖ ਵਾਹਿਗੁਰੂ ਦੀਆਂ ਦਾਤਾਂ ਦੇ ਨਾਲੋਂ, ਜਿਹੜਾ ਦੇਣ ਵਾਲਾ ਦਾਤਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਉਸ ਦੇ ਦਾਤਿਆਂ ਨੂੰ, ਦਾਤਾਂ ਨੂੰ, ਉਹਦੀਆਂ ਬਖਸ਼ਿਸ਼ਾਂ ਨੂੰ ਪਿਆਰੀਆਂ ਸਮਝ ਲੈਂਦਾ ਔਰ ਦੇਣ ਵਾਲੇ ਦਾਤੇ ਨੂੰ ਭੁੱਲ ਜਾਂਦਾ ਹੈ। ਕੀਤੇ ਕਹੋ ਮੇਰਾ ਸਨਮਾਨ ਹੈ। ਜਿਹੜੀ ਤੇ ਉਸਦੀ ਕਿਰਤ ਹੈ ਉਹਨੂੰ ਤੇ ਸਮਝ ਲਿਆ ਇਸਨੇ ਸੁਮੇਰ ਪਰਬਤ, ਔਰ ਜਿਹੜਾ ਕਰਤਾ ਹੈ ਕਰਨਹਾਰ ਤ੍ਰਿਣ ਜਾਂਦਾ ਹੈ, ਉਹਨੂੰ ਤੇ ਸਿਰਫ ਤਿਨਕੇ ਦੀ ਤਰ੍ਹਾਂ ਹੀ ਸਮਝਿਆ। ਗੱਲ ਬਿਲਕੁਲ ਉਲਟ ਹੈ। ਇਹ ਵੀ ਸਿਰਫ ਸਮਝਾਉਣ ਵਾਸਤੇ ਰੇਸ਼ੋ ਮਾਤਰ ਹੀ ਹੈ। ਔਰ ਜਿਹੜਾ ਕਰਨਹਾਰ ਉਹ ਤੇ ਹੈ ਸੁਮੇਰ ਪਰਬਤ ਦੀ ਨਿਆਈ, ਔਰ ਜਿਹੜੀ ਉਹਦੀ ਕਿਰਤ ਹੈ, ਉਹਦੀਆਂ ਦਾਤਾਂ, ਇਹ ਤੇ ਤਿਨਕੇ ਦੇ ਸਮਾਨ ਹੀ ਨੇ। ਤੇਰੇ ਦਾਨੇ ਕੀਮਤ ਨਾ ਪਵੈ, ਇਹ ਪ੍ਰਭੂ ਜਿਹੜੀਆਂ ਤੇਰੀਆਂ ਦਾਤਾਂ ਨੇ, ਮੈਂ ਤੇ ਉਹਨਾਂ ਦਾ ਹੀ ਅੰਦਾਜ਼ਾ ਨਹੀਂ ਲਾ ਸਕਦਾ, ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ, ਉਹਨਾਂ ਦੀ ਹੀ ਕੀਮਤ ਬਿਆਨ ਨਹੀਂ ਕਰ ਸਕਦਾ। ਪਰ ਜਿਹੜਾ ਤੂੰ ਇਤਨਾ ਵੱਡਾ ਦਾਤਾ ਹੈ, ਤੇਰੀ ਬਾਬਤ ਮੈਂ ਕੀ ਕਹਿ ਸਕਦਾ ਹਾਂ। ਪਰ ਮਨਮੁਖ ਇਹ ਤੋਂ ਉਲਟ ਉਹਦੀਆਂ ਦਾਤਾਂ ਨੂੰ ਸਭ ਕੁਝ ਸਮਝ ਲੈਂਦਾ, ਉਹਨਾਂ ਵਿੱਚ ਖਚਿਤ ਹੋ ਜਾਂਦਾ ਔਰ ਦੇਣ ਵਾਲੇ ਦਾਤੇ ਨੂੰ ਭੁੱਲ ਜਾਂਦਾ ਹੈ। ਜਦੋਂ ਬੇਮੁਖ ਹੋ ਗਿਆ ਪਰਮਾਤਮਾ ਤੋਂ, ਫਿਰ ਇਸ ਦਾ ਨਤੀਜਾ ਤੇ ਇਹੋ ਹੀ ਹੋਇਆ ਕਰਦਾ ਹੈ। ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆਂ, ਵਿਆਪਨ ਸਭੇ ਰੋਗ। ਬੇਮੁਖ ਹੋਏ ਰਾਮ ਤੇ, ਲੱਗਣ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਜਿਹੜੇ ਬੇਮੁਖ ਹੋ ਗਏ ਉਸ ਪ੍ਰਮਾਤਮਾ ਤੋਂ, ਅਕਾਲ ਪੁਰਖ ਵਾਹਿਗੁਰੂ ਤੋਂ, ਜਿਨ੍ਹਾਂ ਨੇ ਉਸ ਦੀਆਂ ਦਾਤਿਆਂ ਨੂੰ ਪਿਆਰੀਆਂ ਜਾਣ ਕੇ ਦੇਣ ਵਾਲੇ ਦਾਤੇ ਨੂੰ ਭੁਲਾ ਦਿੱਤਾ, ਜਿਨ੍ਹਾਂ ਨੇ ਆਪਣੇ ਮਾਲਕ ਵੱਲ ਪਿੱਠ ਕਰ ਲਈ, ਫਿਰ ਉਹ ਤੇ ਆਪਣੇ ਕੀਤੇ ਕਰਮਾਂ ਦਾ ਫਲ ਭੋਗਦੇ ਨੇ ਜਦੋਂ ਉਹ ਆਵਾਗਾਉਣ ਦੇ ਚੱਕਰ ਵਿੱਚ ਭਟਕਦੇ ਹਨ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਜਿਹੜੀ ਪਰਮਾਤਮਾ ਦੀ ਬਣਾਈ ਮਰਜ਼ਾਦਾ ਹੈ, ਜੋ ਉਸ ਦਾ ਵਿਧਾਨ ਹੈ, ਜੋ ਉਸ ਦਾ ਅਟਲ ਹੁਕਮ ਹੈ, ਫਿਰ ਉਹਦੇ ਮੁਤਾਬਕ ਹੀ ਇਸ ਨੂੰ ਇਹ ਆਵਾਗਾਉਣ ਦਾ ਚੱਕਰ ਪ੍ਰਾਪਤ ਹੁੰਦਾ ਹੈ, ਆਪਣੇ ਕੀਤੇ ਕਰਮਾਂ ਦੇ ਅਨੁਸਾਰ ਜੀ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਾਧ ਸੰਗਤ ਸਾਰੀ ਸ੍ਰਿਸ਼ਟੀ
ਪਰਮਾਤਮਾ ਦੀ ਸਾਰੀ ਕਿਰਤ ਇਹ ਉਸ ਦੇ ਹੁਕਮ ਦੇ ਵਿੱਚ ਹੈ। ਉਸ ਨੇ ਆਪਣੇ ਹੁਕਮ ਦਾ ਇੱਕ ਇਹੋ ਜਿਹਾ ਨੈਟਵਰਕ ਬਣਾ ਲਿਆ ਹੈ। ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਕਿਹੋ ਜਿਹਾ ਵਿਧਾਨ ਬਣਾ ਦਿੱਤਾ ਹੈ। ਭੈ ਵਿੱਚ ਪਾਵਨ ਵਹੈ ਸਦਵਾਓ, ਹੁਕਮੈ ਅੰਦਰ ਸਭ ਕੋ। ਪਹਿਲਾਂ ਆਪਾਂ ਜੀਵਨ ਦੀ ਗੱਲ ਛੱਡ ਦਈਏ। ਜਿਹੜੀ ਇਹ ਪਰਮਾਤਮਾ ਦੀ ਕੁਦਰਤ ਹੈ ਨਾ, ਆਪਾਂ ਸ਼ੁਰੂਆਤ ਇੱਥੋਂ ਕਰੀਏ, ਕਿਉਂਕਿ ਅਕਲਮੰਦੀ ਜਾਂ ਜਿਹੜੀ ਸਮਝਦਾਰੀ ਹੈ ਨਾ, ਉਹ ਇਸੇ ਵਿੱਚ ਹੋਇਆ ਕਰਦੀ ਹੈ ਕਿ ਇਨਸਾਨ ਕੁਦਰਤ ਤੋਂ ਵੀ ਬਹੁਤ ਕੁਝ ਸਿੱਖਦਾ ਹੈ। ਆਪਣੇ ਆਸ-ਪਾਸ ਜਿਸ ਮਾਹੌਲ ਦੇ ਵਿੱਚ, ਜਿਸ ਵਾਤਾਵਰਣ ਵਿੱਚ ਰਹਿੰਦਾ ਹੈ, ਉੱਥੋਂ ਵੀ ਬਹੁਤ ਕੁਝ ਸਿੱਖਦਾ ਹੈ। ਆਪਣੇ ਬਜ਼ੁਰਗਾਂ ਤੋਂ, ਆਪਣੇ ਮਾਤਾ ਪਿਤਾ ਤੋਂ, ਜਿਹੜੇ ਉਹਨਾਂ ਦੇ ਐਕਸਪੀਰੀਅੰਸ ਹੁੰਦੇ ਨੇ, ਉਹਨਾਂ ਤੋਂ ਵੀ ਬਹੁਤ ਕੁਝ ਸਿੱਖਦਾ ਹੈ। ਜਿਹੜੇ ਉਸਦੇ ਆਪਣੇ ਨਾਲ ਦੇ ਸਾਥੀ ਹੁੰਦੇ ਨੇ, ਉਹਨਾਂ ਵੱਲ ਦੇਖ ਕੇ ਵੀ ਜਿਹੜੇ ਸਿਆਣੇ ਪੁਰਸ਼ ਬਹੁਤ ਕੁਝ ਗ੍ਰਹਿਣ ਕਰ ਲੈਂਦੇ ਨੇ। ਹੁਣ ਪਹਿਲਾਂ ਆਪਾਂ ਕੁਦਰਤ ਦੀ ਗੱਲ ਕਰੀਏ। ਪਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਕੁਦਰਤ, ਪਹਿਲਾਂ ਤਾਂ ਇਹ ਉਸ ਦੇ ਹੁਕਮ ਦੇ ਵਿੱਚ ਹੈ। ਡਰ ਪੈ ਧਰਤ ਆਕਾਸ਼ ਨਖਯਤਰਾ, ਸਿਰ ਉੱਪਰ ਅਮਰ ਕਰਾਰਾ। ਉਸ ਪਰਮਾਤਮਾ ਦਾ ਅਮਰ, ਉਸ ਪਰਮਾਤਮਾ ਦਾ ਹੁਕਮ ਬੜਾ ਕਰਾਰਾ ਹੁਕਮ, ਜਿਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਇਹ ਦੁਨਿਆਵੀ ਕਾਨੂੰਨਾਂ ਦੀ ਤੇ ਕਈ ਵਾਰ ਲੋਕੀ ਉਲੰਘਣਾ ਕਰ ਦਿੰਦੇ ਨੇ, ਕਾਨੂੰਨ ਦੀਆਂ ਅੱਖਾਂ ਵਿੱਚ ਘੱਟਾ ਪਾ ਦਿੰਦੇ ਨੇ, ਪਰ ਜਿਹੜਾ ਰੱਬੀ ਕਾਨੂੰਨ ਹੈ ਉਹਦੀ ਉਲੰਘਣਾ ਤੇ ਕੀਤੀ ਹੀ ਨਹੀਂ ਜਾ ਸਕਦੀ। ਉਸ ਪਰਮਾਤਮਾ ਦਾ, ਅਕਾਲ ਪੁਰਖ ਵਾਹਿਗੁਰੂ ਦਾ ਅਮਰ ਐਸਾ ਹੈ। ਸਿਰ ਉੱਪਰ ਅਮਰ ਕਰਾਰਾ, ਪਾਉਣ ਪਾਣੀ ਬੈਸੰਤਰ ਡਰ ਪੈ ਇੰਦਰ ਵਿਚਾਰਾ, ਜਿਸ ਨੂੰ ਦੇਵਤਿਆਂ ਦਾ ਰਾਜਾ ਮੰਨਿਆ ਗਿਆ ਹੈ। ਉਹ ਵੀ ਪਰਮਾਤਮਾ ਦੇ, ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਭੈ ਵਿੱਚ ਪਾਵਨ ਵਹੈ ਸਦਵਾਓ। ਦੇਖੋ, ਜਿਹੜਾ ਹੁਕਮ ਹੈ, ਕਿਸੇ ਸਿਸਟਮ ਨੂੰ ਉਹ ਹੀ ਸਥਾਪਿਤ ਕਰ ਸਕਦਾ ਹੈ। ਜਦੋਂ ਕਿਸੇ ਵੀ ਵਿਧਾਨ ਨੂੰ ਲਾਗੂ ਕੀਤਾ ਜਾਂਦਾ ਹੈ ਨਾ, ਜਦੋਂ ਉਸਦੀ ਐਨਫੋਰਸਮੈਂਟ ਹੁੰਦੀ ਹੈ, ਫਿਰ ਜਿੰਨੇ ਵਧੀਆ ਤਰੀਕੇ ਦੇ ਨਾਲ ਉਸ ਨੂੰ ਲਾਗੂ ਕੀਤਾ ਗਿਆ, ਔਰ ਓਨਾ ਹੀ ਵਧੀਆ ਸਮਾਜ ਬਣ ਜਾਂਦਾ ਹੈ। ਜਿਹੜਾ ਪਰਮਾਤਮਾ ਦਾ ਬਣਾਇਆ ਵਿਧਾਨ ਹੈ, ਜੋ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਇਹੋ ਜਿਹਾ ਸਿਸਟਮ ਬਣਾ ਰੱਖਿਆ, ਹਵਾ ਵਗਦੀ ਹੈ, ਇਹ ਪਰਮਾਤਮਾ ਦੇ ਹੁਕਮ ਦੇ ਵਿੱਚ, ਉਸ ਦੀ ਬਣਾਈ ਕਿਸੇ ਮਰਜ਼ਾਦਾ ਦੇ ਅੰਦਰ। ਭੈ ਵਿੱਚ ਪਾਵਨ ਵਹੈ ਸਦਵਾਓ। ਜਿਹੜੀ ਹਵਾ ਵਗਦੀ ਹੈ ਨਾ, ਇਹ ਕੁਦਰਤ ਦਾ ਕੋਈ ਨਾ ਕੋਈ ਅਸੂਲ ਹੈ, ਐਵੇਂ ਨਹੀਂ ਵਗ ਰਹੀ। ਜਿਸ ਪਾਸੇ ਪ੍ਰੈਸ਼ਰ ਜ਼ਿਆਦਾ ਹੁੰਦਾ, ਉਸ ਪਾਸੇ ਤੋਂ ਦੂਸਰੇ ਪਾਸੇ ਵੱਲ ਨੂੰ, ਜਿੱਧਰ ਹਵਾ ਦਾ ਦਬਾਅ, ਹਵਾ ਦਾ ਪ੍ਰੈਸ਼ਰ ਘੱਟ ਹੁੰਦਾ ਹੈ, ਉਸ ਪਾਸੇ ਨੂੰ ਵਗਦੀ ਹੈ। ਇਹ ਸਾਇੰਸ ਦਾ ਨਿਯਮ ਹੈ। ਫਿਰ ਪਾਣੀ ਵਗਦਾ ਹੈ, ਇਹ ਵੀ ਬਣਾਈ ਮਰਜ਼ਾਦਾ ਦੇ ਅਨੁਸਾਰ ਹੀ ਵਗ ਰਿਹਾ ਹੈ। ਪਾਣੀ ਚੱਲੈ ਨਿਵਾਣ ਨੂੰ। ਦੇਖੋ, ਦਰਿਆਵਾਂ ਦੇ ਵਹਿਣ, ਕਿੱਥੇ ਪਰਬਤਾਂ ਦੀਆਂ ਚੋਟੀਆਂ, ਜਿਨ੍ਹਾਂ ਦੀਆਂ ਬੁਲੰਦੀਆਂ ਆਸਮਾਨ ਦੇ ਨਾਲ ਗੱਲਾਂ ਕਰਦੀਆਂ ਨੇ, ਉੱਥੋਂ ਪਾਣੀ ਵਗਣਾ ਸ਼ੁਰੂ ਹੁੰਦਾ ਹੈ। ਉੱਥੋਂ ਚਸ਼ਮੇ ਫੁੱਟਦੇ ਨੇ, ਸੂਰਜ ਦੀ ਤਪਸ਼ ਦੇ ਨਾਲ ਜਾਂ ਬਰਫ਼ ਪਿਘਲਦੀ ਹੈ, ਉੱਥੋਂ ਪਾਣੀ ਹੇਠਾਂ ਜ਼ਮੀਨ ਵੱਲ ਨੂੰ ਆਉਂਦਾ ਹੈ। ਪਹਿਲਾਂ ਛੋਟੇ ਛੋਟੇ ਨਾਲੇ, ਕੱਸੀਆਂ, ਨਦੀਆਂ, ਵੱਡੇ ਵੱਡੇ ਦਰਿਆਵਾਂ ਦੀ ਸ਼ਕਲ ਅਖਤਿਆਰ ਕਰ ਲੈਂਦਾ ਹੈ। ਹਜ਼ਾਰਾਂ ਮੀਲਾਂ ਦਾ ਲੰਮਾ ਪੈਂਡਾ ਤੈਅ ਕਰਕੇ ਇਹ ਜਾ ਕੇ ਸਮੁੰਦਰ ਵਿੱਚ ਸਮਾ ਜਾਂਦਾ ਹੈ। ਹੁਣ ਦੱਸੋ, ਪਾਣੀ ਨੇ ਹਜ਼ਾਰਾਂ ਮੀਲਾਂ ਦਾ ਪੈਂਡਾ ਕਿਵੇਂ ਤੈਅ ਕਰ ਲਿਆ? ਉਹ ਤਾਂ ਪਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਮਰਜ਼ਾਦਾ ਅੰਦਰ ਚੱਲ ਕੇ। ਭੈ ਵਿੱਚ ਪਵਨ ਵਹੈ ਸਦਵਾਓ। ਉਹਦੀ ਮਰਜ਼ਾਦਾ ਤੋਂ ਉਲਟ ਚੱਲ ਕੇ ਪਾਣੀ 1 ਇੰਚ ਵੀ ਵਗ ਕੇ ਦਿਖਾਵੇ। ਦੱਸੋ, ਆਪਾਂ ਪਾਣੀ ਡੁੱਲਾਂਗੇ
ਕਿੰਨਾ ਮਰਜ਼ੀ ਡੋਲ ਦਈਏ, ਪਾਣੀ ਕਿਤੇ ਉੱਚੇ ਪਾਸੇ ਵੱਲ ਨੂੰ ਜਾਵੇਗਾ? ਹਰਗਿਜ਼ ਨਹੀਂ ਜਾਏਗਾ, ਕਿਉਂਕਿ ਕੁਦਰਤ ਦਾ ਅਸੂਲ ਹੀ ਨਹੀਂ। ਉਹ ਸਾਰ ਸੰਗਤ ਕੁਦਰਤ ਕਿਸੇ ਅਸੂਲ ਦੇ ਵਿੱਚ, ਕਿਸੇ ਮਰਯਾਦਾ ਦੇ ਵਿੱਚ ਚੱਲ ਰਹੀ ਹੈ। ਉਸ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰ ਹੈ। ਭੈ ਵਿੱਚ ਪਵਨ ਹੈ ਸਦਵਾਓ, ਭਾਵੇਂ ਹਵਾ ਵਗਦੀ ਹੈ, ਭਾਵੇਂ ਪਾਣੀ ਵਗਦਾ ਹੈ, ਭਾਵੇਂ ਅੱਗ ਬਲਦੀ ਹੈ, ਭੈ ਵਿੱਚ ਚੱਲੈ ਲੱਖ ਦਰਿਆਓ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹ ਕਰੋੜੀ ਚੜ੍ਹਤ ਨਾ ਅੰਤ। ਇਤਿਆਦਿਕ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੀ ਐਸਾ ਫਰਮਾਨ ਕੀਤਾ ਹੈ ਕਿ ਸਭ ਕੁਝ ਉਸ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹੈ। ਸਗਲਿਆਂ ਭਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਸਾਰ ਸੰਗ ਜਿਹੜਾ ਹੈ ਪਰਮਾਤਮਾ ਦਾ ਹੁਕਮ ਹੈ ਨਾ, ਜਦੋਂ ਇਹ ਹੁਕਮ ਸਮਾਪਤ ਸਥਾਪਿਤ ਹੋ ਗਿਆ ਹੈ, ਫਿਰ ਇਹ ਕੁਦਰਤ ਦਾ ਸਿਸਟਮ ਨਿਰੰਤਰ ਜੁਗਾਂ ਜੁਗਾਂਤਰਾਂ ਤੋਂ ਚੱਲਿਆ ਆ ਰਿਹਾ ਹੈ। ਜੀਵ ਨੇ ਇਸੇ ਤਰ੍ਹਾਂ ਹੁਕਮ ਦੇ ਵਿੱਚ ਰਹਿਣ ਦੀ ਜਾਚ ਸਿੱਖਣੀ ਹੈ। ਜੇ ਬਾਕੀ ਸਾਰੀ ਪਰਮਾਤਮਾ ਦੀ ਬਣਾਈ ਸ੍ਰਿਸ਼ਟੀ, ਉਸ ਦੀ ਬਣਾਈ ਕੁਦਰਤ, ਉਹ ਕਿਸੇ ਹੁਕਮ ਦੇ ਜਾਂ ਕਿਸੇ ਸਿਸਟਮ ਦੇ ਵਿੱਚ ਚੱਲ ਰਹੀ ਹੈ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਇਸ ਸਾਰੇ ਸਿਸਟਮ ਦੇ ਵਿੱਚ ਪਰਮਾਤਮਾ ਨੇ ਜੀਵ ਦੇ ਰਹਿਣ ਵਾਸਤੇ ਇਹ ਧਰਤੀ ਸਥਾਪਿਤ ਕੀਤੀ ਹੈ। ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਕਾਹਦੇ ਵਾਸਤੇ? ਇਹ ਧਰਮ ਦਾ ਘਰ ਹੈ, ਧਰਮ ਕਮਾਉਣ ਵਾਸਤੇ। ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ ਜੇ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ, ਫਿਰ ਜੀਵ ਨੇ ਵੀ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਰਹਿਣ ਦੀ ਜਾਚ ਸਿੱਖਣੀ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਸ ਦੇ ਹੁਕਮ ਤੋਂ ਬਗੈਰ ਇੱਕ ਪੱਤਾ ਵੀ ਨਹੀਂ ਝੁੱਲ ਸਕਦਾ। ਉਸ ਦੇ ਹੁਕਮ ਤੋਂ ਬਗੈਰ ਬਾਹਰ ਕੋਈ ਜਾ ਹੀ ਨਹੀਂ ਸਕਦਾ, ਕਿਸੇ ਦੀ ਔਕਾਤ ਹੀ ਨਹੀਂ ਉਸ ਦੇ ਹੁਕਮ ਨੂੰ ਮੇਟਣ ਦੀ ਜਾਂ ਉਸ ਦੇ ਹੁਕਮ ਦੀ ਉਲੰਘਣਾ ਕਰਨ ਦੀ। ਜੀਵ ਦੇ ਪੱਲੇ ਹੈ ਕਿ ਸਾਰ ਸੰਗਤ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਜੇ ਇਹਦੇ ਅੰਦਰੋਂ ਆਪਣੀ ਕਲਾ ਖਿੱਚ ਲਈ, ਤੇ ਕੋਈ ਆਪਣੇ ਆਪ ਨੂੰ ਕਿਤਨਾ ਮਰਜ਼ੀ ਵੱਡਾ ਸਮਝਦਾ ਰਹੇ, ਭਾਵੇਂ ਦੁਨੀਆ ਦੀਆਂ ਵੱਡੀਆਂ ਵੱਡੀਆਂ ਵਡਿਆਈਆਂ ਹਾਸਲ ਕਰ ਲਵੇ, ਦੁਨੀਆ ਦੇ ਵੱਡੇ ਵੱਡੇ ਮੁਰਾਤਬੇ ਹਾਸਲ ਕਰ ਲਵੇ, ਸਾਰੀ ਦੁਨੀਆ ਦੇ ਉੱਪਰ ਆਪਣੀ ਧੌਂਸ ਜਮਾ ਲਵੇ, ਪਰ ਪਰਮਾਤਮਾ ਨੇ ਜਦੋਂ ਆਪਣੀ ਕਲਾ ਖਿੱਚ ਲੈਣੀ ਹੈ, ਫਿਰ ਇਹਦੇ 'ਤੇ ਬਣਾਏ ਮਨਸੂਬੇ ਉਸੇ ਵਕਤ ਫੇਲ ਹੋ ਜਾਣੇ ਨੇ। ਉਸ ਦੇ ਹੁਕਮ ਤੋਂ, ਉਸ ਦੀ ਸੱਤਾ ਤੋਂ ਬਗੈਰ ਬਾਹਰ ਕੋਈ ਜਾ ਹੀ ਨਹੀਂ ਸਕਦਾ। ਕਿਸੇ ਦੇ ਵਿੱਚ ਐਸੀ ਸਮਰੱਥਾ ਹੀ ਨਹੀਂ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ ਜੀ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਸਾਰ ਸੰਗਤ ਇਹ ਜਿਹੜੀ ਭੇਦ ਵਾਲੀ ਗੱਲ ਹੈ ਨਾ, ਜਿਸ ਨੇ ਇਸ ਨੂੰ ਬੁੱਝ ਲਿਆ, ਜਿਸ ਨੇ ਇਸ ਨੂੰ ਜਾਣ ਲਿਆ, ਨਾਨਕ ਹੁਕਮੈ ਜੇ ਬੁਝੈ। ਜਿੰਨੀ ਦੇਰ ਤੱਕ ਇਸ ਨੇ ਪ੍ਰਮਾਤਮਾ ਦੇ ਹੁਕਮ ਨੂੰ ਨਹੀਂ ਜਾਣਿਆ, ਨਹੀਂ ਬੁੱਝਿਆ, ਇਸ ਹਕੀਕਤ ਨੂੰ ਨਹੀਂ ਐਡਮਿਟ ਕੀਤਾ ਕਿ ਸਭ ਕੁਝ ਤੇ ਉਸ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵੱਸ ਵਿੱਚ ਹੈ, ਮੇਰੀ ਤੇ ਕੋਈ ਔਕਾਤ ਹੀ ਨਹੀਂ, ਬਸ ਗੱਲ ਇੰਨੀ ਹੀ ਹੈ। ਜੇ ਸਮਝ ਲਿਆ ਇਹਦੇ ਵਿੱਚ ਸੁੱਖ ਹੈ, ਔਰ ਜੇ ਆਪਣੀ ਮਨਮਰਜ਼ੀ ਚਾਹੁੰਦਾ ਹੈ
ਪਰਮਾਤਮਾ ਦੀ ਰਜ਼ਾ ਦੇ ਉਲਟ ਚੱਲ ਕੇ ਇਹਦੇ ਵਿੱਚ ਦੁੱਖ ਹੀ ਦੁੱਖ ਹੈ। ਨਾਨਕ ਹੁਕਮ ਹੈ ਜੇ ਬੁੱਝੈ। ਜੇ ਇਨਸਾਨ ਸੋਚੇ ਵੀ ਜੋ ਕੁਝ ਮੈਂ ਹਾਸਲ ਕੀਤਾ ਹੈ ਇਹ ਮੇਰੇ ਆਪਣੇ ਯਤਨਾਂ ਦਾ ਫਲ ਹੈ। ਜੇ ਇਨਸਾਨ ਸੋਚੇ ਵੀ ਜਿਹੜੇ ਸਾਧਨ ਮੈਂ ਕਰਦਾ ਹਾਂ ਉਹਨਾਂ ਸਾਧਨਾਂ ਦੇ ਨਾਲ ਪ੍ਰਮਾਤਮਾ ਦੇ ਰੱਬ ਦੇ ਦਰ 'ਤੇ ਸਚਿਆਰ ਬਣ ਜਾਵਾਂਗਾ, ਉੱਥੇ ਮੈਨੂੰ ਵਡਿਆਈ ਮਿਲ ਜਾਏਗੀ, ਉਹ ਸਾਧ ਸੰਗਤ ਐਸਾ ਹਰਗਿਜ਼ ਨਹੀਂ। ਇਹ ਸਭ ਕੁਝ ਤੇ ਉਸ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਦੇ ਅਨੁਸਾਰ ਹੀ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਇੱਕ ਜਗ੍ਹਾ 'ਤੇ ਫੁਰਮਾਨ ਕੀਤਾ, ਆਪਾਂ ਆਮ ਹੀ ਸ਼ਬਦ ਪੜ੍ਹਦੇ ਹਾਂ ਸੁਣਦੇ ਹਾਂ, ਕੋਈ ਬੋਲਦਾ ਰਾਮ ਰਾਮ, ਕੋਈ ਖੁਦਾਏ। ਸਤਿਗੁਰੂ ਜੀ ਨੇ ਦੇਖੋ ਉਹਨਾਂ ਦੇ ਹਿਰਦੇ ਦੀ ਵਿਸ਼ਾਲਤਾ ਵੀ ਕੋਈ ਆਪਣੇ ਧਰਮ ਦੀ ਰਾਹ ਰੀਤ ਅਨੁਸਾਰ ਰਾਮ ਨਾਮ ਦਾ ਸਿਮਰਨ ਕਰ ਲਓ ਜਾਂ ਖੁਦਾ ਦੀ ਬੰਦਗੀ, ਕੋਈ ਸੇਵੈ ਗੁਸਾਈਆਂ, ਕੋਈ ਅਲਾਹੇ, ਗੁਸਾਈ ਦਾ ਨਾਮ ਜਪ ਲਓ, ਉਸ ਨੂੰ ਅੱਲਾਹ ਕਹਿ ਲਓ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅੱਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਉਹਦੀ ਪ੍ਰਾਪਤੀ ਵਾਸਤੇ ਜਿਹੜੇ ਯਤਨ ਕੀਤੇ ਜਾਂਦੇ ਨੇ, ਕੋਈ ਮੱਕੇ ਦਾ ਹੱਜ ਕਰ ਲਓ, ਕੋਈ ਜਾ ਕੇ ਤੀਰਥਾਂ 'ਤੇ ਨਹਾ ਲਓ, ਕੋਈ ਨਹਾਵੇ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ, ਕੋਈ ਪੜ੍ਹੇ ਵੇਦ, ਕੋਈ ਕਿਤਾਬ ਵੇਦਾਂ ਦਾ ਸ਼ਾਸਤਰਾਂ ਦਾ ਅਧਿਐਨ ਕਰ ਲਓ। ਉਹ ਜਿਹੜੀਆਂ ਇਸਲਾਮ ਦੀਆਂ ਮੁਤਬਰਕ ਪੁਸਤਕਾਂ ਨੇ, ਕੁਰਾਨ, ਤੌਰੇਤ, ਅੰਜੀਲ, ਜ਼ਬੂਰ ਇਤਿਆਦਿਕ, ਕੋਈ ਪੜ੍ਹੇ ਵੇਦ, ਕੋਈ ਕਿਤਾਬ, ਕੋਈ ਓਢੈ ਨੀਲ, ਕੋਈ ਸਫੇਦ, ਕੋਈ ਸਫੈਦ ਰੰਗ ਦੇ ਵਸਤਰ ਪਾ ਲਓ, ਭਾਵੇਂ ਕੋਈ ਨੀਲੇ ਰੰਗ ਦੇ ਕੱਪੜੇ ਪਾ ਲਓ, ਭਗਵੇਂ ਰੰਗ ਦੇ ਪਾ ਲਓ। ਕੋਈ ਕਹੈ ਤੁਰਕ, ਕੋਈ ਕਹੈ ਹਿੰਦੂ, ਆਪਣੇ ਆਪ ਨੂੰ ਕੋਈ ਤੁਰਕ ਕਹਾ ਲਓ, ਮੁਸਲਮਾਨ ਕਹਾ ਲਓ, ਹਿੰਦੂ ਕਹਾ ਲਓ, ਸਨਾਤਨੀ ਕਹਾ ਲਓ, ਬੋਧੀ, ਜੈਨੀ, ਪਾਰਸੀ, ਜੋ ਮਰਜ਼ੀ ਕਹਾ ਲਓ, ਆਪਣੇ ਧਰਮ ਦੀ ਰਾਹ ਰੀਤ ਅਨੁਸਾਰ ਚੱਲੋ। ਸਤਿਗੁਰੂ ਜੀ ਕਿਸੇ ਨੂੰ ਵਰਜਦੇ ਨਹੀਂ। ਕੋਈ ਕਹੈ ਤੁਰਕ, ਕੋਈ ਕਹੈ ਹਿੰਦੂ, ਕੋਈ ਵਾਂਛੈ ਭਿਸਤ, ਬਿਸ਼ਤਾਂ ਦੀ ਆਸ ਰੱਖ ਕੇ ਸ਼ੁਭ ਕਰਮ ਕਰ ਲਓ ਜਾਂ ਸਵਰਗ ਦੇ ਸੁੱਖਾਂ ਦੀ ਆਸ ਲੈ ਕੇ ਪੁੰਨ ਦਾਨ ਧਰਮ ਕਮਾ ਲਓ। ਕੋਈ ਵਾਂਛੈ ਭਿਸਤ, ਕੋਈ ਸੁਰਗਿੰਦੂ। ਪਰ ਅਖੀਰ ਦੇ ਵਿੱਚ ਨਤੀਜਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਹੀ ਜਾ ਕੇ ਕੱਢਿਆ ਕਿ ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਜਿਨ੍ਹਾਂ ਨੇ ਉਸ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਇਸ ਹੁਕਮ ਨੂੰ ਪਛਾਣ ਲਿਆ ਕਿ ਸਭ ਕੁਝ ਉਸ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਦੇ ਵਿੱਚ ਹੀ ਹੈ। ਜੇ ਸੁੱਖ ਦੇ ਰਿਹਾ ਹੈ ਇਹ ਵੀ ਉਸੇ ਦੀ ਰਜ਼ਾ ਹੈ, ਦੁੱਖ ਦੇ ਰਿਹਾ ਹੈ ਇਹ ਵੀ ਉਸੇ ਦੀ ਰਜ਼ਾ ਹੈ। ਜੇ ਪ੍ਰਮਾਤਮਾ ਨੇ ਦੁਨੀਆ ਦੀਆਂ ਵਡਿਆਈਆਂ ਦੇ ਦਿੱਤੀਆਂ ਇਹ ਵੀ ਉਸੇ ਦੀਆਂ ਬਖਸ਼ੀਆਂ ਹੋਈਆਂ ਨੇ। ਜੇ ਦੁੱਖ, ਭੁੱਖ, ਗਰੀਬੀ ਬਖਸ਼ ਦਿੱਤੀ ਇਹ ਵੀ ਉਸ ਪ੍ਰਮਾਤਮਾ ਦੀ ਹੀ ਦਾਤ ਹੈ। ਇਹ ਵੀ ਦਾਰੂ ਬਣ ਕੇ ਸਾਹਮਣੇ ਆ ਜਾਏਗਾ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਫਿਰ ਸਾਧ ਸੰਗਤ ਉਹ ਜੇ ਸੁਖ ਦੇ ਤਾਂ ਤੁਝੈ ਅਰਾਧੀ, ਜਿਸ ਨੂੰ ਸੰਸਾਰ ਸੁਖ ਸਮਝਦਾ ਹੈ ਉਹ ਪ੍ਰਾਪਤ ਹੁੰਦਾ ਤਾਂ ਵੀ ਉਸ ਪ੍ਰਮਾਤਮਾ ਦੀ ਅਰਾਧਨਾ ਕਰਦਾ ਹੈ। ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ, ਜਿਸ ਨੂੰ ਸੰਸਾਰ ਦੁੱਖ ਸਮਝਦਾ ਹੈ ਉਸ ਹਾਲਤ ਦੇ ਵਿੱਚ ਵੀ ਉਸ ਪ੍ਰਮਾਤਮਾ ਦੀ ਅਰਾਧਨਾ ਹੀ ਕਰਦਾ ਹੈ। ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੂਖ ਮੰਨਾਈ। ਸਾਧ ਸੰਗਤ ਜਿਨ੍ਹਾਂ ਨੇ ਇਹ ਭੇਦ ਜਾਣ ਲਿਆ ਫਿਰ ਉਹ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ।
ਉਹਨਾਂ ਨੂੰ ਆਪਣੀ ਉਸਤਤ ਨਿੰਦਿਆ ਦੀ ਪਰਵਾਹ ਨਹੀਂ ਹੁੰਦੀ ਵੀ ਇਹ ਤੇ ਸਭ ਕੁਝ ਉਸ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਹੀ ਹੋ ਰਿਹਾ ਹੈ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੈ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਉਹ ਆਪਣਾ ਰਸਤਾ ਨਹੀਂ ਛੱਡਿਆ ਕਰਦੇ, ਪਿਆ ਸੰਸਾਰ ਉਹਨਾਂ ਦੀ ਨਿੰਦਿਆ ਕਰਦਾ ਰਹੇ। ਨਹਿ ਨਿੰਦਿਆ ਨਹਿ ਉਸਤਤ ਜਾ ਕੈ, ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ, ਤੇ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜੇ ਨਰ ਕਉ ਕੀਨੀ, ਜਿਹਦੇ ਉੱਪਰ ਪ੍ਰਮਾਤਮਾ ਦੀ ਗੁਰੂ ਦੀ ਬਖਸ਼ਿਸ਼ ਹੋ ਜਾਵੇ ਨਾ, ਐਸ ਜੁਗਤੀ ਨੂੰ ਉਹ ਜਾਣਦਾ ਹੈ, ਉਹ ਸਮਝਦਾ ਹੈ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਫਿਰ ਉਹ ਅਭੇਦ ਹੋ ਜਾਂਦਾ ਉਸ ਪ੍ਰਮਾਤਮਾ ਦੇ ਵਿੱਚ। ਕਿਵੇਂ? ਜਿਉਂ ਪਾਣੀ ਸੰਗ ਪਾਣੀ। ਪਾਣੀ ਵਿੱਚ ਪਾਣੀ ਮਿਲ ਗਿਆ, ਫਿਰ ਉਸਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਪਾਣੀ ਵਿੱਚ ਪਾਣੀ ਮਿਲ ਕੇ ਉਹਦਾ ਰੂਪ ਹੋ ਜਾਂਦਾ ਹੈ। ਪਾਣੀ ਵਿੱਚ ਲੂਣ ਮਿਲ ਗਿਆ, ਉਹ ਘੁਲ ਮਿਲ ਤੇ ਜਾਂਦਾ ਹੈ, ਪਰ ਉਸ ਨੂੰ ਫਿਰ ਵੱਖ ਕੀਤਾ ਜਾ ਸਕਦਾ ਹੈ। ਪਰ ਜਿਹੜਾ ਪਾਣੀ ਵਿੱਚ ਪਾਣੀ ਮਿਲਣਾ ਹੈ ਨਾ, ਇਹ ਦ੍ਰਿਸ਼ਟਾਂਤ ਦਿੱਤਾ ਇੱਥੇ ਸਤਿਗੁਰੂ ਜੀ ਨੇ, ਜਿਉਂ ਪਾਣੀ ਸੰਗ ਪਾਣੀ। ਉਸ ਨੂੰ ਪ੍ਰਮਾਤਮਾ ਦੇ ਵਿੱਚ ਅਭੇੜਤਾ ਪ੍ਰਾਪਤ ਹੁੰਦੀ ਹੈ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਜਿਨ੍ਹਾਂ ਨੇ ਇਸ ਹੁਕਮ ਨੂੰ, ਪ੍ਰਮਾਤਮਾ ਦੇ ਇਸ ਅਮਰ ਨੂੰ, ਉਸ ਪ੍ਰਮਾਤਮਾ ਦੀ ਬਣਾਈ ਇਸ ਮਰਿਆਦਾ ਨੂੰ ਸਮਝ ਲਿਆ। ਨਾਨਕ ਹੁਕਮੈ ਜੇ ਬੁੱਝੈ, ਜਾਂ ਫਿਰ ਜੋ ਸਾਡੇ ਵਾਸਤੇ ਗੁਰੂ ਦਾ ਹੁਕਮ ਹੈ, ਏਕੋ ਨਾਮ ਹੁਕਮ ਹੈ। ਸਾਡੇ ਵਾਸਤੇ ਗੁਰੂ ਕੀ ਆਗਿਆ ਸਿਰਫ ਇੱਕ ਹੀ ਹੈ, ਉਹ ਕਿ ਪਰਮੇਸ਼ਰ ਦੇ ਨਾਮ ਦਾ ਸਿਮਰਨ। ਉਸ ਤੋਂ ਸਿਵਾਏ ਸਭ ਕੁਝ ਸਤਿਗੁਰੂ ਜੀ ਨੇ ਅਵਰ ਕਾਜ ਤੇਰਾ ਕੀਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦੀਆ ਬੁਝਾਏ ਜੀਓ। ਜਿਨ੍ਹਾਂ ਨੇ ਸਤਿਗੁਰੂ ਜੀ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਇਹ ਗੱਲ ਬੁਝਾ ਦਿੱਤੀ, ਜਿਨ੍ਹਾਂ ਦੇ ਹਿਰਦੇ ਵਿੱਚ ਇਹ ਗੱਲ ਨਿਰਣੇ ਕਰਵਾ ਦਿੱਤੀ, ਫਿਰ ਉਹ ਹੀ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਦੇ ਨੇ। ਨਾਨਕ ਗੁਰਮੁਖ ਜੇ ਬੁਝੈ, ਨਾਨਕ ਨਾਨਕ ਹੁਕਮ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਐਸੇ ਹੁਕਮ ਨੂੰ ਬੁੱਝ ਲਿਆ, ਸਵੀਕਾਰ ਕਰ ਲਿਆ, ਤੇ ਜੇ ਉਹਨਾਂ ਨੂੰ ਭਾਵੇਂ ਦੁਨੀਆ ਦੀਆਂ ਵੱਡੀਆਂ ਵੱਡੀਆਂ ਵਡਿਆਈਆਂ ਪ੍ਰਾਪਤ ਹੋ ਜਾਣ, ਪਰ ਉਹ ਕਦੀ ਹਉਮੈ ਹੰਕਾਰ ਦੇ ਵਿੱਚ ਨਹੀਂ ਆਉਂਦੇ। ਜਿਹੜੀ ਹਉਮੈ ਦੀ ਜੀਵ ਔਰ ਪਰਮੇਸ਼ਰ ਦੇ ਦਰਮਿਆਨ ਦੇ ਵਿੱਚ ਦੀਵਾਰ ਹੈ, ਉਹਨਾਂ ਵਾਸਤੇ ਦੀਵਾਰ ਕੋਈ ਬੰਧਨ ਨਹੀਂ ਬਣਦੀ, ਬਲਕਿ ਹਉਮੈ ਦੀ ਦੀਵਾਰ ਨੂੰ ਤੋੜ ਕੇ ਉਸ ਪਰਮਾਤਮਾ ਦੇ ਵਿੱਚ, ਆਪਣੇ ਕੇਂਦਰ ਦੇ ਵਿੱਚ ਅਭੇਦ ਹੋ ਕੇ ਉਹਦੇ ਨਾਲ ਇੱਕਮਿਕ ਹੋ ਜਾਇਆ ਕਰਦੇ ਨੇ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨਾ ਕੋਈ। ਪਰਮਾਤਮਾ ਦਾ ਜੋ ਨਾਮ, ਜਿਸ ਨੂੰ ਜਪ ਕੇ ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਉਮੈ ਰੋਗ, ਉਹ ਇਸ ਹਉਮੈ ਦੇ ਰੋਗ ਤੋਂ ਛੁਟਕਾਰਾ ਪਾ ਲੈਂਦੇ ਨੇ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ, ਜੋ ਉਹਨਾਂ ਨੇ ਸਾਨੂੰ ਗੁਰਮਤਿ ਦਾ ਇਹ ਪਵਿੱਤਰ ਉਪਦੇਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਦੇ ਵਿੱਚ ਦ੍ਰਿੜ ਕਰਵਾਇਆ, ਆਪਣੇ ਹਿਰਦੇ ਅੰਦਰ ਵਸ ਜਾਵੇ, ਤਾਂ ਜੋ ਆਪਾਂ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਣਾ ਲੋਕ ਸੁਖੀ ਔਰ ਪਰਲੋਕ ਸੁਹੇਲਾ ਕਰ ਸਕੀਏ। ਆਓ ਸਾਰ ਸੰਗਤ, ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜਾ ਇੱਥੋਂ ਦਾ ਧਰਮ ਪ੍ਰਚਾਰ ਦਾ ਡਿਪਾਰਟਮੈਂਟ ਹੈ, ਜਾਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਇਹਨਾਂ ਨੇ ਵਿਸ਼ੇਸ਼ ਕਰਕੇ ਦਾਸ ਨੂੰ ਮਾਣ ਬਖਸ਼ਿਆ। ਪਤਾ ਨਹੀਂ ਕਿੱਥੋਂ ਇਹਨਾਂ ਨੂੰ ਭਰਮ ਪੈ ਗਿਆ, ਕਿੱਥੋਂ ਟਪਲਾ ਲੱਗ ਗਿਆ ਵੀ ਮੈਂ ਬਹੁਤ ਵੱਡਾ ਵਿਦਵਾਨ ਹਾਂ। ਵੀ ਮੈਂ ਆਪਣੇ ਆਪ ਨੂੰ ਵਿਦਵਾਨਾਂ ਦੀ ਸ਼੍ਰੇਣੀ ਦੇ ਵਿੱਚ ਨਹੀਂ ਮੰਨਦਾ, ਵੀ ਮੈਂ ਤੇ ਆਪਣੀ ਵੱਲੋਂ ਯਤਨ ਕੀਤਾ ਹੈ, ਬਹੁਤ ਨਿਮਾਣਾ ਜਿਹਾ, ਕਿਉਂਕਿ ਮੇਰੀ ਇਸ ਤਰ੍ਹਾਂ ਦੀ ਕੋਈ ਪ੍ਰੈਕਟਿਸ, ਇਸ ਤਰ੍ਹਾਂ ਦਾ ਕੋਈ ਅਭਿਆਸ ਨਹੀਂ। ਜੋ ਰਾੜਾ ਸਾਹਿਬ ਦੀ ਮਰਜ਼ਾਦਾ ਉਹਦੇ ਮੁਤਾਬਕ ਸਾਡੀ ਇੱਕ ਵੱਖਰੀ ਪਰੰਪਰਾ ਹੈ ਕੀਰਤਨ ਵਿਖਿਆਨ ਕਰਨ ਦੀ। ਪਰ ਓਨੈਸਟਲੀ ਮੈਂ ਇਹ ਗੱਲ ਕਹਿ ਰਿਹਾ ਹਾਂ ਕਿ ਮੈਂ ਇਸ ਪਾਵਨ ਪਵਿੱਤਰ ਸਥਾਨ 'ਤੇ ਇਸ ਤਰ੍ਹਾਂ ਬਾਕਾਇਦਾ ਤੌਰ 'ਤੇ ਪਹਿਲੀ ਵਾਰ, ਪਹਿਲਾਂ ਵੀ ਇੱਕ ਵਾਰ ਇੱਥੇ ਅਵਸਰ ਪ੍ਰਾਪਤ ਹੋਇਆ ਸੀ, ਇੱਥੇ ਹੀ ਕਥਾ ਕੀਤੀ ਸੀ ਗੁਰਬਾਣੀ ਦੀ। ਇਸ ਤਰ੍ਹਾਂ ਜੋ ਪਰੰਪਰਾ ਹੈ ਨਾ ਗੁਰਬਾਣੀ ਦੀ ਕਥਾ ਦੀ, ਮੇਰਾ ਉੱਕਾ ਹੀ ਇਸ ਦਾ ਕੋਈ ਅਭਿਆਸ ਨਹੀਂ, ਪਰ
ਸਿੰਘ ਸਾਹਿਬ ਜੀ ਨੇ ਇਹ ਮਾਣ ਦਿੱਤਾ। ਇੱਥੋਂ ਦੀ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਾਸ ਨੂੰ ਅਯੋਗ ਹੁੰਦਿਆਂ ਹੋਇਆਂ ਵੀ ਯੋਗ ਸਮਝਿਆ, ਇਹ ਸੇਵਾ ਬਖਸ਼ੀ। ਸਤਿਗੁਰੂ ਜੀ ਨੇ ਆਪਣੀ ਸੇਵਾ ਲਈ। ਇਸ ਸੇਵਾ ਦੌਰਾਨ ਦਾਸ ਦੇ ਪਾਸੋਂ ਜੇ ਕੋਈ ਭੁੱਲ ਹੋ ਗਈ ਹੋਵੇ, ਇੱਕ ਨਹੀਂ ਅਨੇਕਾਂ ਹੋਈਆਂ ਹੋਣਗੀਆਂ, ਉਹਦੇ ਵਾਸਤੇ ਦਾਸ ਖਿਮਾ ਦਾ ਜਾਚਕ ਹੈ। ਇੱਕ ਵਾਰ ਆਪ ਸਰਬੱਤ ਸੰਗਤਾਂ ਦਾ, ਸਰਬੱਤ ਪ੍ਰਬੰਧਕਾਂ ਦਾ ਫਿਰ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।